सतनाम वाहेगुरु, सतनाम वाहेगुरु। गुरु साहिब जी दया करणं दुख हरणं उच्चरणं नाम कीर्तन दयाल पुरख भगवान नानक लिप्त न माया। आह बलंदड़ी बुझ गई रखंदड़ो प्रभ आप। जिन पाई मेदनी नानक सो प्रभ जाप। दया करो बसो मन आई मोह निर्गुण नीचै लड़ लाई। वाहिगुरु जी का खालसा वाहिगुरु जी की फतेह। सब सुख दाता राम है दूसर नाहिन कोई। कहो नानक सुन रे मना हे सिमरत गत होई। कहो नानक सुन रे मना ते सिमरत गत होई। जुगो जुग अटल सतगुरु चबर छतर तख्त दे मालक इलाही इल्हाम राजान राज पानान पान। दीवान देव उपमा महान सतगुरु धन साहिब श्री गुरु ग्रंथ साहिब महाराज तिन्हां दी बरकतमई पावन हजूरी अंदर संध्या वक्त तो सजी मुबारक दीवान तिन्हां दियां हाजरियां भर रहे हाजरीन गुरु सवारे गुरु प्यारे सतसंगी जनों जितने भी शरीर आप गुरु चरनां विच जुड़ मिल बैठे हो धनता दे योग हो। आओ चल रही लड़ीवार कल रोज तो धन धन साहिब श्री गुरु तेग बहादुर साहिब महाराज द्वारा बख्शिश पावन 57 श्लोक तिन्हां दी विचार अधीन कल दे दीवाना तक 8 श्लोकां दी विचार हो चुकी है। अज 9वें श्लोक तो मालिक जी कृपा कर रहे ने। पावन विचार की आरंभता तो पहला रसना करो पवित्र प्यार सहित उच्चारण करो जी। सतनाम श्री वाहिगुरु सतनाम श्री। सब सुख दाता राम है दूसर नाहिन कोई। संसार विच अजिहा कोई मनुख नहीं है कि जो सुखां दी कामना ना करदा होवे। किसे नूं तन दा सुख चाहिदा है, किसे नूं मन दा सुख चाहिदा है। कोई शरीरक तौर पर दुखी है, कोई मानसिक तौर पर दुखी है। कोई ना कोई सुख लैण वास्ते गुरु चरनां दे विच आके जुड़दा है।
ਇਹੋ ਹੀ ਕਾਰਨ ਹੈ ਮਾਲਕ ਜੀ ਨੇ ਇਸ ਮੁਬਾਰਕ ਸ਼ਲੋਕ ਦੇ ਅੰਦਰ ਸਾਨੂੰ ਇੱਕ ਗੱਲ ਸਮਝਾਈ ਹੈ ਕਿ ਸਭ ਸੁਖ ਦਾਤਾ ਰਾਮ ਹੈ। ਇੱਥੇ ਰਾਮ ਦਾ ਅਰਥ ਰਮਿਆ ਹੋਇਆ, ਅਕਾਲ ਪੁਰਖ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਨੇ ਸਾਰੇ ਸੁੱਖਾਂ ਦਾ ਦਾਤਾ ਪਰਮਾਤਮਾ ਹੈ। ਇਸ ਕਰਕੇ ਹੋਰ ਕਿਤੇ ਭਟਕਣ ਦੀ ਲੋੜ ਨਹੀਂ ਹੈ ਕਿ ਇੱਕ ਸੁੱਖ ਇੱਥੋਂ ਲੈ ਲਿਆ, ਦੂਜਾ ਸੁੱਖ ਆਪਾਂ ਦੂਜੇ ਕੋਲੋਂ ਲੈ ਲਿਆ। ਜਿਵੇਂ ਦੁਨਿਆਵੀ ਤੌਰ 'ਤੇ ਸਾਰੇ ਸਰੀਰ ਦਾ ਇੱਕ ਡਾਕਟਰ ਨਹੀਂ ਨਾ ਹੁੰਦਾ, ਕੰਨਾਂ ਦਾ ਵੱਖਰਾ ਹੈ, ਅੱਖਾਂ ਦਾ ਵੱਖਰਾ ਹੈ, ਇੱਦਾਂ। ਅਤੇ ਸੰਸਾਰ ਦੇ ਜ਼ਿਹਨ ਦੇ ਵਿੱਚ ਇੱਕ ਗੱਲ ਵਸੀ ਹੋਈ ਹੈ ਕਿ ਹਾਂ ਇਹ ਸੁੱਖ ਇੱਥੋਂ ਮਿਲ ਸਕਦਾ ਹੈ, ਦੂਸਰਾ ਸੁੱਖ ਆਪਾਂ ਦੂਸਰੇ ਕੋਲੋਂ ਲੈ ਲਈਏ, ਤੀਸਰੇ ਕੋਲੋਂ ਲੈ ਲਈਏ, ਇੱਦਾਂ। ਪਰ ਮਾਲਕ ਜੀ ਨੇ ਇਹ ਸਾਡੇ ਅੰਦਰੋਂ ਇੱਕ ਵਹਿਮ ਕੱਢਿਆ ਹੈ ਕਿ ਸਾਰੇ ਸੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਗੁਰੂ ਹੈ। ਜੇ ਮਨ ਦੇ ਸੁੱਖ ਦੀ ਆਪਾਂ ਗੱਲ ਸਮਝਣੀ ਹੋਵੇ ਨਾ, ਧੰਨ ਗੁਰੂ ਨਾਨਕ ਪਾਤਸ਼ਾਹ ਵੇਲੇ ਇੱਕ ਸਿੱਖ ਹੋਇਆ ਹੈ ਮਨ ਸੁਖ। ਨਾਮ ਹੈ ਮਨ ਸੁਖ, ਪਰ ਅਸਲ ਦੇ ਵਿੱਚ ਉਹਦੇ ਅੰਦਰ ਮਨ ਦਾ ਸੁੱਖ ਨਹੀਂ ਹੈ। ਤੇ ਜਦੋਂ ਗੁਰੂ ਕੇ ਸਿੱਖ ਦੀ ਜਿਹੜਾ ਸੰਗਤ ਕੀਤੀ ਹੈ, ਪ੍ਰਭਾਵਿਤ ਹੋਇਆ, ਭਗੀਰਥ ਨਾਮ ਸੀ ਉਸ ਸਿੱਖ ਦਾ, ਭਗੀਰਥ ਦੀ ਸੰਗਤ ਕੀਤੀ ਹੈ, ਅੰਦਰ ਇੱਕ ਜਿਹੜਾ ਹੈ ਵਲਵਲਾ ਜਿਹਾ ਉੱਠਿਆ ਕਿ ਇਹੋ ਜਿਹਾ ਗੁਰੂ ਕਿ ਜਿਹਦੇ ਅੰਦਰ ਜਿਹੜਾ ਅਸਲ ਦੇ ਵਿੱਚ ਜੇ ਸਿੱਖ ਦੇ ਅੰਦਰ ਇਹੋ ਜਿਹੇ ਗੁਣ, ਇਹੋ ਜਿਹਾ ਸੁਭਾਅ, ਇਹੋ ਜਿਹਾ ਚਾਲ ਚੱਲਣ, ਇਹੋ ਜਿਹਾ ਬੋਲ ਚਾਲ, ਮੈਂ ਵੇਖਣਾ ਚਾਹੁੰਦਾ ਕਿ ਉਹ ਗੁਰੂ ਕਿਹੋ ਜਿਹਾ ਹੋਵੇਗਾ। ਪਰ ਸ਼ਰਤ ਇਹ ਹੈ ਕਿ ਮੈਂ ਤਾਂ ਜਾਵਾਂਗਾ ਕਿ ਜੇਕਰ ਉਹ ਮੇਰਾ ਨਾਮ ਖੁਦ ਬੁਲਾ ਕੇ ਜਿਹੜਾ ਹੈ ਅਸਲ ਦੇ ਵਿੱਚ ਮੈਨੂੰ ਸੱਦੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਮਨ ਦੇ ਸੁੱਖ ਦੀ ਗੱਲ ਕਰ ਰਿਹਾ ਹੈ ਕਿ ਸਾਰਿਆਂ ਸੁੱਖਾਂ ਦਾ ਦਾਤਾ ਇੱਕ ਅਕਾਲ ਪੁਰਖ ਗੁਰੂ ਵਾਹਿਗੁਰੂ ਹੈ। ਇਸ ਕਰਕੇ ਮਾਲਕ ਜੀ ਕਹਿਣ ਲੱਗੇ ਜੋ ਕੁਝ ਵੀ ਲੈਣਾ ਹੈ, ਇੱਕ ਵਚਨ ਵੀ ਤੁਹਾਨੂੰ ਸੁਣਾਵਾਂਗਾ ਸੁਖਮਨੀ ਸਾਹਿਬ ਵਿੱਚੋਂ। ਹੁਣੇ ਚਲਾ ਗਿਆ ਹੈ ਮਨ ਸੁਖ, ਤੇ ਸਤਿਗੁਰੂ ਜੀ ਨੇ ਫਿਰ ਉੱਥੇ ਜਿਹੜਾ ਹੈ ਜੋ ਇਹਦੇ ਮਨ ਦੀ ਇੱਕ ਅੰਦਰ ਸ਼ੰਕਾ ਸੀ ਕਿ ਮੈਨੂੰ ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਵਾਜ਼ ਮਾਰਨ ਮੇਰੇ ਨਾਮ ਤੋਂ, ਸਤਿਗੁਰੂ ਜੀ ਕਹਿਣ ਲੱਗੇ ਉਹ ਮਨ ਸੁਖ ਨਾਮ ਬੜਾ ਪਿਆਰਾ ਹੈ ਪਰ ਮਨ ਦਾ ਸੁਖ ਨਹੀਂ ਹੈ। ਬਸ ਇਤਨੀ ਗੱਲ ਸੁਣੀ ਹੈ, ਚਰਨਾਂ ਦਾ ਭੌਰਾ ਹੋ ਗਿਆ ਹੈ। ਜਿਹੜਾ ਮਨ ਦਾ ਸੁਖ ਅੱਜ ਤੱਕ ਨਹੀਂ ਸੀ ਲੱਭਾ, ਉਹ ਅਸਲ ਦੇ ਵਿੱਚ ਚੰਦ ਮਿੰਟਾਂ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਮਾਲਕ ਜੀ ਕਹਿਣ ਲੱਗੇ ਉਹ ਫਿਰ ਮਨ ਦਾ ਸੁਖ ਉਹਨਾਂ ਨੂੰ ਜਿਹੜਾ ਪ੍ਰਾਪਤ ਹੋ ਗਿਆ। ਸੁਖਮਨੀ ਸਾਹਿਬ ਦਾ ਬਚਨ ਇੱਕ ਬੜਾ ਪਿਆਰਾ ਹੈ। ਮਾਲਕ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੇ ਸਦ। ਇਸ ਕਰਕੇ ਜਿਹੜਾ ਹੈ ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਣੀ ਪਰੈ। ਇਹ ਜਿਤਨੇ ਬਚਨ ਆਪਾਂ ਜਿਹੜਾ ਹੈ ਪੜ੍ਹੇ ਨੇ, ਹਰ ਇੱਕ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਕਰਿਆ ਕਰ, ਸਾਰਾ ਕੁਝ ਪ੍ਰਾਪਤ ਹੋ ਜਾਏਗਾ। ਮਾਲਕ ਜੀ ਸਮਝਾ ਰਹੇ ਨੇ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿ ਕੋਇ। ਭੁਲੇਖੇ ਵਿੱਚ ਨਾ ਰਵੀਂ ਕਿ ਹੋਰ ਕੋਈ ਹੋਏਗਾ। ਸਾਰੇ ਸੁੱਖਾਂ ਦਾ ਦਾਤਾ ਇੱਕ ਅਕਾਲ ਪੁਰਖ ਹੈ। 4 ਦਿਨ ਕੋਈ ਮਨੁੱਖ ਪਾਲ ਲਏਗਾ, ਦੇ ਦੇਗਾ ਸਾਨੂੰ, 5ਵੇਂ ਦਿਨ ਉਹ ਵੀ ਮੁੱਖ ਮੋੜ ਲੈਂਦਾ ਹੈ ਕਿ ਮੇਰੇ ਕੋਲ ਹੁਣ ਥੋੜ੍ਹੀ ਇਤਨਾ ਕਿ ਜਿਹੜਾ ਤੈਨੂੰ ਮੈਂ ਰੋਜ਼ ਰੋਜ਼ ਦੇਈ ਜਾਵਾਂ। ਪਰ ਮਾਲਕ ਜੀ ਕਹਿੰਦੇ ਦਤਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ ਅਗਤ ਪਰਖੰਡਾ। ਜਿੰਨਾ ਮਰਜ਼ੀ ਮੰਗ ਇੱਥੋਂ, ਸਤਿਗੁਰੂ ਜੀ ਕਹਿੰਦੇ ਗੁਰੂ ਮੁਖ ਨਹੀਂ ਮੋੜੇਗਾ, ਤੈਨੂੰ ਸੁਖ ਦੇਗਾ। ਇਸ ਕਰਕੇ ਪਾਵਨ ਬਾਣੀ ਦਾ ਵੀ ਬਚਨ ਹੈ ਕਿ ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਕੀ ਸ਼ਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਇਸ ਕਰਕੇ ਮਾਲਕ ਜੀ ਕਹਿੰਦੇ ਸਾਰੇ ਸੁੱਖਾਂ ਦਾ ਦਾਤਾ ਮੇਰਾ ਅਕਾਲ ਪੁਰਖ ਵਾਹਿਗੁਰੂ ਹੈ, ਹੋਰ ਦੂਜਾ ਨਹੀਂ। ਕਹੋ ਨਾਨਕ ਸੁਨ ਰੇ ਮਨਾ,
ਇਸ ਕਰਕੇ हे ਮੇਰੇ ਮਨ ਧਿਆਨ ਦੇ ਨਾਲ ਸੁਣ, ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ ਮੁਕਤੀ ਮਿਲਦੀ ਹੈ। ਭਾਵ ਜਿਉਂਦਿਆਂ ਜੀ ਤੂੰ ਜਿਹੜਾ ਮੁਕਤ ਹੋ ਜਾਏਗਾ, ਬੰਧਨਾਂ ਤੋਂ ਖਲਾਸੀ ਹੋ ਜਾਵੇਗੀ। ਆਵਾਗਮਨ ਦਾ ਚੱਕਰ ਜਿਹੜਾ ਹੈ ਫਿਰ ਕਟਿਆ ਜਾਂਦਾ ਹੈ। ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਦਸਮ ਪਾਤਸ਼ਾਹ ਜੀ ਕਿ ਇੱਕ ਚਿਤ ਸਾਵਧਾਨ ਹੋ ਕੇ ਅਕਾਲ ਪੁਰਖ ਦਾ ਸਿਮਰਨ ਕਰ ਲੈ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਗਤੀ ਪ੍ਰਾਪਤ ਹੁੰਦੀ ਹੈ, ਮੁਕਤੀ ਪ੍ਰਾਪਤ ਹੁੰਦੀ ਹੈ। ਜੈ ਸਿਮਰਤ ਗਤ ਪਾਈਐ, ਤੈ ਪਜਰੇ ਤੈ ਮੀਤ। ਜੇ ਸਿਮਰਤ ਗਤ ਪਾਈਐ, ਜਿਸ ਪ੍ਰਭੂ ਨੂੰ ਸਿਮਰਿਆ, ਮਾਲਕ ਜੀ ਕਹਿੰਦੇ ਮੁਕਤੀ ਪ੍ਰਾਪਤ ਹੁੰਦੀ ਹੈ। ਗੁਰਬਾਣੀ ਦਾ ਜੋ ਸਿਧਾਂਤ ਹੈ ਉਹ ਮਰਨ ਤੋਂ ਬਾਅਦ ਮੁਕਤੀ ਨਹੀਂ। ਭਗਤਾਂ ਨੇ ਵੀ ਲੋਚਿਆ ਹੈ, ਇੱਛਾ ਜ਼ਾਹਰ ਕੀਤੀ ਹੈ, ਹੇ ਰੱਬਾ ਜੇ ਤੂੰ ਮੁਕਤੀ ਕਰਨਾ ਹੈ ਤੇ ਜਿਉਂਦਿਆਂ ਜੀ ਕਰ। ਭਗਤ ਨਾਮਦੇਵ ਜੀ ਨੇ ਸਪਸ਼ਟ ਇਹ ਬਚਨ ਜਿਹੜੇ ਕਹੇ ਨੇ ਕਿ ਮਰੇ ਹੋਏ ਜੋ ਮੁਕਤ ਦੇਹੋਗੇ ਤੋ ਮੁਕਤ ਨਾ ਜਾਣੈ ਕੋਇਲਾ। ਜੇ ਮਰਨ ਤੋਂ ਬਾਅਦ ਤੁਸੀਂ ਕਹੋ ਕਿ ਤੁਹਾਨੂੰ ਮੁਕਤੀ ਦੇ ਦਈਏ, ਪਰ ਨਹੀਂ। ਭਗਤ ਜੀ ਕਹਿਣ ਲੱਗੇ ਜਿਉਂਦਿਆਂ ਜੀ ਮੁਕਤ ਕਰੋ ਸਾਨੂੰ। ਜਿਉਂਦਿਆਂ ਜੀ ਮੁਕਤ ਕਿਵੇਂ ਹੋਈਦਾ ਹੈ? ਉਹ ਵੀ ਬਚਨ ਸਤਿਗੁਰੂ ਜੀ ਨੇ ਸਾਨੂੰ ਦ੍ਰਿੜ ਕਰਵਾਏ ਨੇ ਸੁਖਮਨੀ ਸਾਹਿਬ ਅੰਦਰ। ਜਿਉਂਦਿਆਂ ਜੀ ਮੁਕਤ ਦੀਆਂ ਨਿਸ਼ਾਨੀਆਂ ਕੀ ਨੇ? ਮਾਲਕ ਜੀ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਹ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸਾਰਿਆਂ ਨੂੰ ਬਰਾਬਰ ਸਮਝੇ। ਇਹ ਨਹੀਂ ਸੋਨੇ ਦਾ ਪ੍ਰਭਾਵ ਹੈ, ਮਿੱਟੀ ਦਾ ਕੋਈ ਪ੍ਰਭਾਵ ਨਹੀਂ। ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਣ ਵਾਲਾ ਉਹ ਮੁਕਤ ਹੈ। ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਣ ਵਾਲਾ ਉਹ ਮੁਕਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੇਹ ਪਾਜਰੇ ਤੈ ਮੀਤ। ਇਹਨੂੰ ਤੈਂ ਪੜ੍ਹਨਾ ਹੈ। ਤੈਂ ਦਾ ਅਰਥ ਹੈ ਤੂੰ, ਮੀਤ ਦਾ ਅਰਥ ਹੈ ਮਿੱਤਰ। ਹੇ ਮੇਰੇ ਮਿੱਤਰ, ਤੂੰ ਰੱਬ ਨੂੰ ਜਿਹੜਾ ਹੈ ਭਜ ਸਿਮਰ। ਜਿਸ ਨੂੰ ਸਿਮਰਿਆ, ਮਾਲਕ ਜੀ ਕਹਿਣ ਲੱਗੇ ਮੁਕਤੀ ਪ੍ਰਾਪਤ ਹੁੰਦੀ ਹੈ। ਕਹੋ ਨਾਨਕ ਸੁਨਿਰੇ ਮਨਾ, ਆਦ ਕਟਕ ਹੈ ਨੀਤ। ਇਸ ਕਰਕੇ ਹੇ ਮੇਰੇ ਮਨ ਸਿਮਰਿਆ ਕਰ, ਪਤਾ ਨਹੀਂ ਕਿੱਦਣ ਤੇਰੀ ਉਮਰ ਮੁੱਕ ਜਾਵੇ। ਔਦ ਘਟਤ ਹੈ ਨੀਤ ਦਾ ਅਰਥ ਹੈ ਤੇਰੀ ਉਮਰ ਜਿਹੜਾ ਹੈ ਨਿਤਾ ਪ੍ਰਤੀ ਹਮੇਸ਼ਾ ਹਰ ਰੋਜ਼ ਹਰ ਵਕਤ ਘਟ ਰਹੀ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਸਾਨੂੰ ਨਹੀਂ ਇਸ ਗੱਲ ਦੀ ਨੌਲੇਜ ਹੈਗੀ ਕਿ ਸੱਚੀ ਮੁੱਚੀ ਸਾਡੇ ਅੰਦਰੋਂ ਸਵਾਸ ਮੁੱਕ ਰਹੇ ਨੇ। ਕਿਉਂ? ਕਿਉਂਕਿ ਸੰਸਾਰਕ ਮੋਹ ਹੀ ਇਤਨਾ ਹੈ, ਉਹਨੇ ਪ੍ਰਭਾਵ ਹੀ ਇਤਨਾ ਪਾਇਆ ਹੋਇਆ ਹੈ ਕਿ ਜਾਂ ਤੇ ਕੋਈ ਜਿਹੜਾ ਹੈ ਮ੍ਰਿਤਕ ਵੇਲੇ ਜਿਹੜਾ ਹੈ ਜੋ ਡੈੱਡ ਬੋਡੀ ਸਾਹਮਣੇ ਪਈ ਹੈ, ਥੋੜ੍ਹੇ ਸਮੇਂ ਲਈ ਸਾਨੂੰ ਇਹ ਮੰਜ਼ਰ ਜਿਹੜਾ ਚੇਤੇ ਆ ਜਾਂਦਾ ਹੈ, ਜਾਂ ਫਿਰ ਸ਼ਮਸ਼ਾਨ ਭੂਮੀ ਦੇ ਅੰਦਰ। ਬਾਬਾ ਕਬੀਰ ਜੀ ਨੇ ਵੀ ਇਹ ਗੱਲ ਕਹੀ ਕਿ ਹਾੜ ਜਲੇ ਜਿਉਂ ਲਾਕਰੀ, ਕੇਸ ਜਲੇ ਜਿਉਂ ਕਾਸ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਸ਼ਮਸ਼ਾਨ ਭੂਮੀ ਅੰਦਰ ਬੈਠੇ ਸੀ ਤੇ ਸੋਚਣ ਲੱਗ ਪਏ, ਕਹਿੰਦੇ ਇਹੋ ਹੀ ਹੈ ਬਸ ਸਰੀਰ ਦਾ ਅੰਤ। ਚੰਦ ਮੁੱਠੀ ਦੇ ਵਿੱਚ ਜਿਹੜਾ ਹੈ, ਚੰਦ ਸਵਾਹ ਜਿਹੜੀ ਹੈ ਇੱਕ ਮੁੱਠੀ ਭਰ ਦੇ ਵਿੱਚ ਸਾਡਾ ਜਿਹੜਾ ਹੈ ਪੂਰਾ ਸਰੀਰ ਆ ਜਾਂਦਾ ਹੈ। ਇਸ ਕਰਕੇ ਮਾਲਕ ਜੀ ਕਹਿੰਦੇ ਨੇ ਤੇਰੀ ਉਮਰ ਦਿਨ ਪ੍ਰਤੀ ਦਿਨ ਜਿਹੜਾ ਹੈ ਘਟਦੀ ਜਾ ਰਹੀ ਹੈ, ਇਸ ਵੱਲੇ ਖਿਆਲ ਕਰ। ਆਪਾਂ ਰੋਜ਼ ਪੜ੍ਹਦੇ ਹਾਂ ਔਦ ਘਟੈ ਦਿਨ ਸਿਰੈ ਨਾਰੇ, ਪੜ੍ਹਦੇ ਹਾਂ ਨਾ ਸੋਹਲਾ ਸਾਹਿਬ ਦੀ ਬਾਣੀ ਅੰਦਰ। ਸਤਿਗੁਰੂ ਜੀ ਕਹਿਣ ਲੱਗੇ ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ ਹੈ, ਫਿਰ ਕੀ ਕਰਨਾ ਪਏਗਾ? ਮਨ ਗੁਰ ਮਿਲ ਕਾਜ ਸਵਾਰੇ। ਹੇ ਮੇਰੇ ਮਨ, ਗੁਰੂ ਨੂੰ ਮਿਲ ਕੇ ਇਹ ਮਨੁੱਖਾ ਜਨਮ ਦਾ ਜੋ ਕਾਰਜ ਹੈ ਨਾ ਉਹ ਸਵਾਰ ਲੈ। ਇੱਥੇ ਆਉਣ ਦਾ ਕੀ ਮੰਤਵ ਹੈ? ਇਹ ਸੰਸਾਰ 'ਤੇ ਆਉਣ ਦਾ ਅਸਲ ਦੇ ਵਿੱਚ
ਆਪਾਂ ਕਹਿ ਲਈਏ ਕਿ ਕਿਉਂ ਆਏ ਆ, ਮਾਲਕ ਜੀ ਕਹਿੰਦੇ ਇਹ ਗੁਰੂ ਫਿਰ ਤੈਨੂੰ ਸਮਝਾਏਗਾ। ਤੇ ਉਹ ਰੋਜ਼ ਸਮਝਾਉਂਦਾ ਹੈ ਵੀ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਕਰਕੇ ਮਾਲਕ ਜੀ ਕਹਿੰਦੇ ਉਮਰ ਘਟਦੀ ਜਾ ਰਹੀ ਹੈ, ਜਿਹੜਾ ਸਵਾਸ ਨਿਕਲ ਗਿਆ ਉਹ ਦੁਬਾਰਾ ਨਹੀਂ ਆਏਗਾ। ਨਾਨਕ ਜਨ ਕਹਿਤ ਬਾਤ, ਬਿਨ ਸਜੈ ਹੈ ਤੇਰੋ ਗਾਤ, ਛਿਨ ਛਿਨ ਕਰ ਗਇਓ ਕਾਲ, ਤੈਸੀ ਜਾਤ ਆਜ ਹੈ। ਜੈਜਾਵੰਤੀ ਰਾਗ ਦਾ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਸਤਿਗੁਰੂ ਜੀ ਕਹਿਣ ਲੱਗੇ ਨਿਤਾ ਪ੍ਰਤੀ ਤੇਰੀ ਉਮਰ ਘਟ ਰਹੀ ਹੈ। पांच तत्व को तन रचियो, जानो चतुर सुजान। पांच तत्व को तन रचियो, जानो चतुर सुजान। ਮਾਲਕ ਜੀ ਕਹਿਣ ਲੱਗੇ ਸਰੀਰ ਤੇ ਕਦੀ ਵੀ ਮਾਰ ਨਾ ਕਰੀ। ਬਾਬਾ ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਸੱਪ ਦੀ ਕੁੰਝ ਲੱਥਦੀ ਵੇਖੀ, ਬਸ ਸਰੀਰ ਉਦਾਂ ਦਾ ਹੀ ਹੈ ਤੇਰਾ। ਕਬੀਰ ਗਰਭ ਨਾ ਕੀਜੀਐ, ਦੇਹੀ ਦੇਖ ਸੁਰੰਗ। ਸੁਰੰਗ ਦਾ ਅਰਥ ਇਹ ਸੋਹਣੀ ਦੇਹੀ ਨੂੰ ਵੇਖ ਕੇ ਕਦੀ ਮਾਣ ਨਾ ਕਰ ਬੈਠੀ। ਆਜ ਕਾਲ ਤਜ ਜਾਹੋਗੇ, ਅੱਜ ਨਹੀਂ ਤਾਂ ਕੱਲ ਇਹਨੂੰ ਛੱਡਣਾ ਪਏਗਾ। ਜਿਉਂ ਕਾਂਚੁਰੀ ਭੁਯੰਗ, ਕਾਂਚੁਰੀ ਦਾ ਅਰਥ ਹੈ ਕੁੰਝ। ਤੁਸੀਂ ਦੇਖੀ ਹੋਏਗੀ ਸੱਪ ਕੁੰਝ ਜਦੋਂ ਲਾਉਂਦਾ ਹੈ। ਮਾਲਕ ਜੀ ਕਹਿਣ ਲੱਗੇ ਜਿਵੇਂ ਸੱਪ ਨੇ ਕੁੰਝ ਲਾਈ ਹੈ, ਉਸੇ ਪ੍ਰਕਾਰ ਇਸ ਸਰੀਰਕ ਚੋਲੇ ਨੂੰ ਛੱਡ ਕੇ ਇਸ ਸੰਸਾਰ ਤੋਂ ਤੂੰ ਇੱਕ ਦਿਨ ਚਲੇ ਜਾਏਗਾ। ਇਸ ਕਰਕੇ ਮਾਲਕ ਜੀ ਕਹਿੰਦੇ ਪੰਜਾਂ ਤੱਤਾਂ ਦਾ ਬਣਿਆ ਹੈ ਸਰੀਰ। ਪਾਂਚ ਤੱਤ ਕੋ ਤਨ ਰਚਿਓ। ਉਹ ਕਿਹੜੇ ਨੇ? ਪਾਣੀ ਹੈ, ਹਵਾ ਹੈ, ਮਿੱਟੀ ਹੈ, ਅੱਗ ਹੈ, ਆਕਾਸ਼ ਹੈ। ਇਹ ਪੰਜ ਤੱਤ ਜੋ ਸਾਡੇ ਵਿੱਚ ਨੇ। ਸਤਿਗੁਰੂ ਜੀ ਕਹਿਣ ਲੱਗੇ ਹੇ ਸਿਆਣੇ ਪੁਰਖ, ਸੂਝਵਾਨ ਚਤੁਰ ਪੁਰਖ, ਇਸ ਗੱਲ ਨੂੰ ਸਮਝ, ਤੇਰਾ ਸਰੀਰ ਪੰਜਾਂ ਤੱਤਾਂ ਨਾਲ ਬਣਿਆ ਹੋਇਆ ਹੈ। ਜੈ ਤੇ ਉਪਜਿਓ ਨਾਨਕਾ, ਲੀਨ ਤਾਏ ਮੈਂ ਮਾਨ। ਜੈ ਤੇ ਉਪਜਿਓ ਨਾਨਕਾ, ਲੀਨ ਤਾਏ ਮੈਂ ਮਾਨ। ਇਹਨੂੰ ਜਿਹੇ ਪੜ੍ਹਨਾ ਹੈ, ਤੇ ਜਿਹੇ ਪੜਾਂਗੇ ਨਾ ਬਿੰਦੀ ਲਾ ਕੇ ਉਹਦਾ ਅਰਥ ਬਦਲ ਜਾਏ। ਜਿਹੇ ਦਾ ਅਰਥ ਹੈ ਜਿਸ, ਤੇ ਜਿਹੇ ਦਾ ਅਰਥ ਹੈ ਜਹਾਂ। ਇੱਕ ਬਿੰਦੀ ਨਾਲ ਹੀ ਤਬਦੀਲ ਹੋ ਗਿਆ ਅਰਥ। ਜਿਹੇ ਤੇ ਉਪਜਿਓ, ਜਿਸ ਤੋਂ ਇਹ ਪੈਦਾ ਹੋਇਆ ਹੈ, ਭਾਵ ਪੰਜਾਂ ਤੱਤਾਂ ਤੋਂ ਸਰੀਰ ਬਣਿਆ ਹੈ। ਪਰਮਾਤਮਾ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਕਹਿਣ ਲੱਗੇ ਲੀਨ ਤਾਹੇ ਮੈਂ ਮਾਨ, ਉਸੇ ਵਿੱਚ ਹੀ ਤੂੰ ਜਿਹੜਾ ਹੈ ਲੀਨ ਹੋ ਜਾਣਾ ਹੈ। ਭਾਵ ਜਦੋਂ ਸਵਾਸ ਨਿਕਲੇ ਪੰਜਾਂ ਤੱਤਾਂ ਨੇ ਆਪਣੇ ਆਪੋ ਆਪਣੇ ਜਿਹੜਾ ਹੈ, ਹਵਾ ਨੇ ਆਪਣੇ ਵਿੱਚ ਚਲੇ ਜਾਣਾ ਹੈ, ਅੱਗ ਨੇ ਆਪਣੇ ਵਿੱਚ ਚਲੇ ਜਾਣਾ ਹੈ, ਇਸੇ ਪ੍ਰਕਾਰ ਮਿੱਟੀ ਨੇ ਆਪਣੇ ਵਿੱਚ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਇਸ ਗੱਲ ਨੂੰ ਸਮਝ, ਇਹ ਪੰਜਾਂ ਤੱਤਾਂ ਦਾ ਸਰੀਰ ਹੈ, ਪਤਾ ਨਹੀਂ ਕਦੋਂ ਜਿਹੜਾ ਹੈ ਨਾਸ਼ ਹੋ ਜਾਵੇ। ਮਿਲਣਾ ਜ਼ਰੂਰ ਹੈ। ਕਹਾ ਬਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਨਕਾ। ਸਤਿਗੁਰੂ ਜੀ ਕਹਿਣ ਲੱਗੇ ਕੋਈ ਭਰੋਸਾ ਹੈ ਸਰੀਰ ਦਾ? ਅਸੀਂ ਕੋਈ ਮਨਿਆਦ, ਕੋਈ ਉਮੀਦ ਲਗਾ ਸਕਦੇ ਹਾਂ ਸਰੀਰ ਤੋਂ ਕਿ ਹਾਂ ਮਨਾ ਇਹਨੇ 100 ਸਾਲ ਤੱਕ ਜੀਣਾ ਹੈ? ਤੇ ਰੱਬੀ ਬਾਣੀ ਤੇ ਕਹਿੰਦੀ ਇੰਨਾ ਲੰਮਾ ਤੂੰ ਸਮਾਂ ਨਾ ਸੋਚਿਆ ਕਰ। ਕਿਉਂ? ਕਿਉਂਕਿ ਤੈਨੂੰ ਨਹੀਂ ਪਤਾ ਕਿ ਆਹ ਸਵਾਸ ਅਗਲਾ ਆਉਣਾ ਹੈ ਕਿ ਨਹੀਂ ਆਉਣਾ। ਇਹ ਤੇਰੇ ਅਧੀਨ ਨਹੀਂ ਹੈ। ਸਵਾਸ ਇਹ ਪਰਮਾਤਮਾ ਦੇ ਰਿਹਾ। ਅਕਾਲ ਪੁਰਖ ਨੇ ਜਿਤਨੇ ਦਿੱਤੇ ਹੋਏ ਨੇ ਨਾ, ਉਤਨੇ ਹੀ ਜਿਹੜਾ ਹੈ ਇਹ ਤੈਨੂੰ ਸਵਾਸ ਮਿਲਣਗੇ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਸੀਮਤ ਵਿਆਖਿਆ ਜਿਹੜੀ ਸਾਡੀ ਕੀਤੀ ਹੋਈ ਹੈ ਕਿ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇਸ ਕਰਕੇ ਇੱਕ ਦਮ ਦੇ ਹਾਂ ਅਸੀਂ, ਚਲੇ ਗਿਆ ਜਿਉਨੇ ਆ, ਨਹੀਂ ਤੇ ਮਿੱਟੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ, ਉਹਦੇ ਵਿੱਚ ਹੀ ਲੀਨ ਹੋਏਗਾ। ਇਸ ਕਰਕੇ ਮਾਲਕ ਜੀ ਕਹਿਣ ਲੱਗੇ ਜੁੜ ਜਾ ਅਕਾਲ ਪੁਰਖ ਦੇ ਨਾਲ, ਕਿਤੇ ਜਿਹੜਾ ਹੈ ਤੇਰੇ ਸ਼ੁਭ ਗੁਣਾਂ ਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਵੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੋ ਪੁਕਾਰ। ਘਟ ਘਟ ਮੈਂ ਹਰ ਜੂ
ਰੱਬ ਰੰਗੀਆਂ ਰੂਹਾਂ ਜਿਹੜੀਆਂ ਨੇ ਨਾ, ਹਰ ਇੱਕ ਹਿਰਦੇ ਵਿੱਚ ਪਰਮਾਤਮਾ ਨੂੰ ਵੇਖਦੀਆਂ ਨੇ। ਹਰ ਇੱਕ ਹਿਰਦੇ ਵਿੱਚ। ਜੋ ਸੰਸਾਰਕ ਤੌਰ 'ਤੇ ਨੇ ਉਹ ਇੱਕ ਸਥਾਨ ਤੱਕ, ਇੱਕ ਜਗ੍ਹਾ ਤੱਕ ਸੀਮਤ ਰੱਖਦੇ ਨੇ ਰੱਬ ਨੂੰ, ਕਿ ਹਾਂ ਰੱਬ ਇੱਥੋਂ ਤੱਕ ਸੀਮਤ ਹੈ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਓਂਕਾਰ ਮੰਦਰ ਦੇ ਵਿੱਚ ਜਾਂਦੇ ਨੇ, ਉੱਥੋਂ ਦਾ ਕੀ ਹੈ ਕਿ ਉਹਨਾਂ ਨੇ ਇਹ ਪ੍ਰਚਲਿਤ ਕੀਤਾ ਹੋਇਆ ਰੱਬ ਇੱਥੇ ਹੀ ਹੈ, ਹੋਰ ਕਿਤੇ ਨਹੀਂ। ਤੇ ਕਿਸੇ ਨੇ ਪ੍ਰਚਲਿਤ ਕੀਤਾ ਹੈ ਕਿ ਹਾਂ ਰੱਬ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾਹ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਅੰਦਰ ਨੂੰ ਖੋਜ ਲੈ ਰੱਬ ਮਿਲ ਜਾਏਗਾ। ਇੱਕ ਹੋਰ ਬਚਨ ਹੈ ਬਾਬਾ ਫਰੀਦ ਜੀ ਦਾ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੂੜੈ, ਵਸੀ ਰੱਬ ਹਿਆਲੀਏ, ਜੰਗਲ ਕਿਆ ਟੋਂਡੇ। ਰੱਬ ਤਾਂ ਤੇਰੇ ਹਿਰਦੇ ਵਿੱਚ ਹੈ, ਤੂੰ ਕਿੱਥੇ ਲੱਭਦਾ ਫਿਰਦਾ। ਬਾਬਾ ਕਬੀਰ ਜੀ ਜਿਵੇਂ ਕਹਿੰਦੇ ਨੇ, ਮੁੱਲਾ ਮੁਲਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਪੀਤਰ ਜੋਏ। ਜਿਹਦੇ ਲਈ ਤੂੰ ਬਾਂਗ ਦੇ ਰਿਹਾ ਹੈ ਨਾ, ਰੱਬ ਨੂੰ ਆਵਾਜ਼ਾਂ ਮਾਰ ਰਿਹਾ, ਉਹ ਤੇ ਤੇਰੇ ਅੰਦਰ ਹੀ ਹੈ। ਉੱਚੀ ਜਗ੍ਹਾ ਤੇ ਚੜ੍ਹ ਕੇ ਆਵਾਜ਼ਾਂ ਮਾਰਨ ਦਾ ਕੋਈ ਭਾਵ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਅੰਦਰ ਝਾਤ ਮਾਰ ਲੈ, ਪਰਮਾਤਮਾ ਨੇੜੇ ਹੈ। ਤੇ ਅੱਜ ਦਾ ਬਚਨ ਵੀ ਸਾਨੂੰ ਇੱਕ ਗੱਲ ਸਿਖਾਉਂਦਾ ਹੈ। ਬਾਬਾ ਰਵਿਦਾਸ ਜੀ ਨੇ ਦਿੱਤਾ ਹੈ, ਜੋ ਸਾਨੂੰ ਹੁਕਮ ਰੂਪ ਦੇ ਵਿੱਚ, ਕਹਿ ਰਵਿਦਾਸ ਹਾਥ ਪੈ ਨੇੜੇ, ਸਹਜੇ ਹੋਏ ਸੋ ਹੋਏ। ਰੱਬ ਤੇ ਹੱਥ ਤੋਂ ਵੀ ਨੇੜੇ। ਇਸ ਕਰਕੇ ਸਤਿਗੁਰੂ ਜੀ ਵੀ ਇੱਥੇ ਸਮਝਾ ਰਹੇ ਨੇ ਕਿ ਇਹ ਸੰਸਾਰ ਦੇ ਲੋਕੋ, ਜਿਹੜੇ ਗੁਰਮੁਖ ਪਿਆਰੇ ਨੇ, ਰੱਬ ਰੰਗੀਆਂ ਰੂਹਾਂ ਨੇ, ਉਹ ਪਰਮਾਤਮਾ ਨੂੰ ਹਰ ਇੱਕ ਘਟ ਭਾਵ ਹਿਰਦੇ ਵਿੱਚ, ਹਰ ਇੱਕ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖਦੇ ਨੇ। ਉਹ ਭਾਵੇਂ ਦੁਸ਼ਮਣ ਹੋਵੇ, ਭਾਵੇਂ ਕੋਈ ਮਿੱਤਰ ਹੋਵੇ, ਕਿਉਂਕਿ ਉਹਨਾਂ ਨੇ ਅੰਦਰ ਜਿਹੜਾ ਹੈ ਵੇਖਣਾ ਕਿ ਪਰਮਾਤਮਾ ਹਰ ਕਿਸੇ ਦੇ ਵਿੱਚ ਹੈ। ਜਿਵੇਂ ਭਾਈ ਕਨ੍ਹਈਆ ਜੀ ਦੀ ਸਾਖੀ ਤੁਸੀਂ ਕਈ ਵਾਰ ਸਰਵਣ ਕੀਤੀ ਹੈ। ਉਹ ਆਪਣਿਆਂ ਵਿੱਚ ਵੀ ਰੱਬ ਵੇਖਦੇ ਨੇ, ਤੇ ਜਦੋਂ ਮਲਮ ਪੱਟੀ ਪਾਣੀ ਆਦਿਕ ਪਿਆਉਂਦੇ ਨੇ ਦੁਸ਼ਮਣਾਂ ਨੂੰ, ਜਿਨ੍ਹਾਂ ਦੇ ਨਾਲ ਜੂਝ ਰਹੇ ਨੇ, ਉਹਨਾਂ ਅੰਦਰ ਵੀ ਰੱਬ ਨੂੰ ਵੇਖ ਰਹੇ ਨੇ। ਉਹਨਾਂ ਅੰਦਰ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਦਿਖ ਰਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਗੁਰਮੁਖ ਪਿਆਰੇ ਰੱਬ ਰੰਗੀਆਂ ਰੂਹਾਂ, ਇਹ ਪੁਕਾਰ ਪੁਕਾਰ ਕੇ ਕਹਿੰਦੀਆਂ ਨੇ ਕਿ ਪਰਮਾਤਮਾ ਹਰ ਇੱਕ ਹਿਰਦੇ ਵਿੱਚ ਹੈ। ਕਹੋ ਨਾਨਕ ਤੈ ਭਜ ਮਨਾ, ਪਉ ਨਿਧ ਉਤਰਹਿ ਪਾਰ। ਕਹੋ ਨਾਨਕ ਤੈ ਭਜ ਮਨਾ, ਪਉ ਨਿਧ ਉਤਰਹਿ ਪਾਰ। ਕਹੋ ਨਾਨਕ ਤੇ, ਉਹਨੂੰ ਤੇ ਪੜਾ। ਮਾਲਕ ਜੀ ਕਹਿਣ ਲੱਗੇ, ਉਸ ਪਰਮਾਤਮਾ ਨੂੰ ਜਿਹੜਾ ਹੈ ਭਜਣਾ ਕਰ, ਸਿਮਰਨਾ ਕਰ। ਕੀ ਹੋਏਗਾ ਫਿਰ? ਪਉ ਨਿਧ ਉਤਰਹਿ ਪਾਰ। ਇਹ ਸੰਸਾਰ ਸਮੁੰਦਰ ਤੋਂ ਤੂੰ ਪਾਰ ਹੋ ਜਾਏਗਾ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਸੁਖ ਦੁਖ ਜੈ ਪਰ ਸੈ ਨਹੀਂ, ਲੋਭ ਮੋਹ ਅਭਿਮਾਨ। ਸੁਖ ਦੁਖ ਜੈ ਪਰ ਸੈ ਨਹੀਂ, ਲੋਭ ਮੋਹ ਅਭਿਮਾਨ। ਆਪਾਂ ਕਹਿੰਦੇ ਰੱਬ ਕਿੱਥੇ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਸਾਨੂੰ ਇਹੋ ਹੀ ਗੱਲ ਸਮਝਾਉਂਦੇ ਨੇ, ਪੁੱਛਣ ਵਾਲਿਆ ਆ ਤੈਨੂੰ ਦੱਸਾਂ, ਹੋ ਸਕਦਾ ਹੈ ਤੂੰ ਹੀ ਰੱਬ ਦਾ ਰੂਪ ਹੋ ਸਕਦਾ ਹੈ। ਉਹਦੀਆਂ ਨਿਸ਼ਾਨੀਆਂ ਕੀ ਨੇ? ਸਤਿਗੁਰੂ ਜੀ ਕਹਿੰਦੇ ਨਿਸ਼ਾਨੀਆਂ ਇਹ ਨੇ, ਸੁੱਖ ਦੁੱਖ ਜੇ ਪਰਸੈ ਨਹੀਂ। ਸੁੱਖ ਤੇ ਦੁੱਖ ਜਿਹਨੂੰ ਪਹੁੰਚਦਾ ਨਹੀਂ, ਭਾਵ ਆਏਗਾ, ਦੁੱਖ ਆ ਗਿਆ, ਸੁੱਖ ਆ ਗਿਆ, ਉਹਦਾ ਜੋ ਪ੍ਰਭਾਵ ਨਹੀਂ ਕਬੂਲਦਾ ਮਨੁੱਖ। ਲੋਭ ਮੋਹ ਅਭਿਮਾਨ, ਉਹਦੇ ਤੇ ਲਾਲਚ ਦਾ ਪ੍ਰਭਾਵ ਨਹੀਂ, ਉਹਦੇ ਤੇ ਅਹੰਕਾਰ ਦਾ ਪ੍ਰਭਾਵ ਨਹੀਂ। ਸਤਿਗੁਰੂ ਜੀ ਕਹਿਣ ਲੱਗੇ, ਇਹ ਚੀਜ਼ਾਂ ਦਾ ਜਿਨ੍ਹਾਂ ਤੇ ਪ੍ਰਭਾਵ ਨਹੀਂ ਹੈ, ਇਹ ਤੇ ਸੰਸਾਰ ਦੇ ਅੰਦਰੋਂ ਖਤਮ ਨਹੀਂ ਹੋਣਗੀਆਂ। ਪਰ ਮਾਲਕ ਜੀ ਕਹਿਣ ਲੱਗੇ, ਅਸਲ ਦੇ ਵਿੱਚ ਜਿਹੜਾ ਹੈ ਅਸੀਂ ਇਹਨਾਂ ਤੋਂ ਬਚਣਾ ਹੈ ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੇ ਬਚਨਾਂ ਦੇ ਰਾਹੀਂ, ਕਿ ਸਾਡੇ ਉੱਤੇ ਜੇਕਰ ਦੁੱਖ ਆਇਆ ਉਹ ਪ੍ਰਭਾਵ ਨਾ ਪਾ ਸਕੇ, ਜੇ ਸੁੱਖ ਆਇਆ ਤਾਂ ਵੀ ਪ੍ਰਭਾਵ ਨਾ ਪਾ ਸਕੇ। ਕਿਵੇਂ? ਭਾਈ ਭਿਖਾਰੀ ਗੁਜਰਾਤ ਦੀ ਧਰਤੀ 'ਤੇ ਜਦੋਂ ਗੁਰੂ ਕੇ ਸਿੱਖ ਨੇ ਪੰਚਮ ਪਾਤਸ਼ਾਹ ਜੀ ਨੂੰ ਇਹ ਬਚਨ ਕਹੇ ਨੇ, ਮਾਲਕ ਜੀ ਮੈਂ ਵੀ ਵੇਖਣਾ ਚਾਹੁੰਦਾ ਰੱਬ ਰੰਗੀ ਰੂਹ ਕਿਹੋ ਜਿਹੀ ਹੁੰਦੀ ਹੈ, ਭਾਣਾ ਕਿਹਨੂੰ ਕਹਿੰਦੇ ਨੇ, ਰਜਾ ਵਿੱਚ ਚੱਲਣਾ ਕਿਹਨੂੰ ਕਹਿੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਫਿਰ ਪ੍ਰੈਕਟੀਕਲ ਦੇਖ ਲੈ, ਸਾਹਮਣੇ ਦੇਖੇਗਾ ਤੇ ਚੰਗਾ ਹੋਏਗਾ।
ਜੇ ਅਸੀਂ ਸਮਝਾਵਾਂਗੇ ਹੋ ਸਕਦਾ ਤੇਰੇ ਪੱਲੇ ਵੀ ਨਾ ਪਵੇ। ਕਹਿੰਦੇ ਠੀਕ ਹੈ, ਪਹੁੰਚ ਗਿਆ। ਸੰਖੇਪ ਵਿੱਚ ਕਹਾਂਗਾ, ਪਹੁੰਚਿਆ। ਉੱਥੇ ਜਾ ਕੇ ਕੀ ਵੇਖਿਆ, ਜਿਸ ਘਰ ਦਾ ਐਡਰੈਸ ਦਿੱਤਾ ਸੀ, ਪਤਾ ਦਿੱਤਾ ਸੀ, ਉਸ ਘਰ ਦੇ ਵਿੱਚ ਕਨਾਤਾਂ ਲੱਗੀਆਂ ਹੋਈਆਂ ਨੇ। ਉਸ ਘਰ ਦੇ ਵਿੱਚ ਕਹਿ ਲਓ ਕਿ ਟੈਂਟ ਵਗੈਰਾ ਸਭ ਕੁਛ, ਮਾਹੌਲ ਇਸ ਪ੍ਰਕਾਰ ਦਾ ਹੈ ਕਿ ਖੁਸ਼ੀ ਹੈ। ਪਤਾ ਲੱਗਾ ਕਿ ਹਾਂ ਜਿਸ ਨੂੰ ਮਿਲਣਾ ਹੈ ਉਹਦੇ ਬੱਚੇ ਦਾ ਵਿਆਹ ਹੈ। ਇਹ ਕੀ ਹੈ, ਇੱਕ ਪਾਸੇ ਖੁਸ਼ੀ ਹੈ, ਭਾਈ ਭਿਖਾਰੀ ਨੂੰ ਮਿਲੇ ਨੇ। ਉੱਥੇ ਜਾ ਕੇ ਕੀ ਵੇਖਿਆ ਕਿ ਭਾਈ ਭਿਖਾਰੀ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਇੱਕ ਤੱਪੜ ਜਿਹੜਾ ਸੀ ਰਹੇ ਨੇ। ਇਤਿਹਾਸਕਾਰ ਕਹਿੰਦੇ ਪੁੱਛ ਲਿਆ ਉਸ ਗੁਰੂ ਕੇ ਸਿੱਖ ਨੇ ਕਿ ਖੁਸ਼ੀ ਦਾ ਮਾਹੌਲ ਹੈ, ਤੁਸੀਂ ਇਹ ਕੀ ਕਰ ਰਹੇ ਜੋ? ਕਹਿੰਦੇ ਪਤਾ ਲੱਗ ਜਾਏਗਾ, ਸਬਰ ਕਰ ਲੈ। ਹੋਇਆ ਕਿ ਅਖੀਰ ਸਵੇਰ ਦਾ ਟਾਈਮ ਹੈ, ਜਿਸ ਨੇ ਘੋੜੀ ਚੜ੍ਹਨਾ ਸੀ ਉਹਨੂੰ ਸੱਪ ਨੇ ਡੰਗ ਮਾਰਿਆ, ਉਹ ਖਤਮ ਹੋ ਗਿਆ। ਪੁੱਤਰ ਦੀ ਜਿਹੜੀ ਹੈ ਅਸਲ ਦੇ ਵਿੱਚ ਸ਼ਾਦੀ ਸੀ, ਵਿਆਹ ਸੀ, ਤੇ ਉਹ ਹੀ ਜਿਹੜਾ ਪੁੱਤਰ ਹੈ ਹੁਣ ਕਹਿ ਲਓ ਕਿ ਇੱਕ ਮੰਜੀ ਤੇ ਪਿਆ ਹੋਇਆ ਹੈ। ਆਲੇ ਦੁਆਲੇ ਲੋਕੀ ਬੈਠੇ ਹੋਏ ਨੇ, ਜਿਹੜੇ ਆਏ ਸੀ ਖੁਸ਼ੀ ਵਿੱਚ, ਉਹ ਹੁਣ ਗਮੀ ਦੇ ਵਿੱਚ ਸ਼ਰੀਕ ਹੋ ਗਏ। ਉਹੋ ਹੀ ਤੱਪੜ ਥੱਲੇ ਵਿਛਾਇਆ। ਬੜਾ ਹੈਰਾਨ ਹੋਇਆ, ਕਹਿਣ ਲੱਗੇ ਤੁਹਾਨੂੰ ਪਤਾ ਸੀ ਕਿ ਮੇਰੇ ਪੁੱਤਰ ਨੇ ਜਿਹੜਾ ਨਹੀਂ ਰਹਿਣਾ ਕੱਲ ਤੱਕ, ਪਰ ਇਹ ਤਾਮ ਝਾਮ, ਇੰਨਾ ਜਿਹੜਾ ਹੈ ਖੁਸ਼ੀ ਦਾ ਇਹ ਸਭ ਕੁਝ ਕਰਨਾ, ਇਹ ਕੀ ਹੈ? ਕਹਿੰਦੇ ਨਹੀਂ, ਜਿਤਨਾ ਚਿਰ ਰੱਬ ਨੇ ਖੁਸ਼ੀ ਦਿੱਤੀ ਹੈ ਮੈਂ ਉਸ ਖੁਸ਼ੀ ਵਿੱਚ ਖੁਸ਼ ਹਾਂ, ਅਤੇ ਜਿੰਨਾ ਅੱਜ ਜੇਕਰ ਦੁੱਖ ਆ ਗਿਆ ਹੈ ਤਾਂ ਮੈਂ ਦੁੱਖ ਦਾ ਪ੍ਰਭਾਵ ਆਪਣੇ 'ਤੇ ਨਹੀਂ ਪੈਣ ਦੇਵਾਂਗਾ। ਮੈਂ ਉਹਦੀ ਰਜਾ ਦੇ ਵਿੱਚ ਕੱਲ੍ਹ ਵੀ ਸੀ, ਖੁਸ਼ੀ ਦੇ ਮਾਹੌਲ ਵਿੱਚ ਵੀ। ਅੱਜ ਜੇਕਰ ਪੁੱਤਰ ਚੜ੍ਹਾਈ ਕਰ ਗਿਆ ਹੈ, ਅੱਜ ਵੀ ਮੈਂ ਉਹਨੂੰ ਕੋਈ ਗਿਲਾ ਸ਼ਿਕਵਾ, ਕੋਈ ਤਾਨਾ ਨਹੀਂ ਦਿਆਂਗਾ। ਅੱਜ ਵੀ ਮੈਂ ਕਹਾਂਗਾ ਕਿ ਠੀਕ ਹੈ, ਤੇਰੀ ਰਜਾ ਹੈ, ਕੱਲ੍ਹ ਤੱਕ ਖੁਸ਼ੀ ਦਿੱਤੀ ਸੀ, ਅੱਜ ਜਿਹੜਾ ਹੈ ਇਹ ਦੁੱਖ ਦਿੱਤਾ ਹੈ, ਕੋਈ ਗੱਲ ਨਹੀਂ। ਇਹਨੂੰ ਹੀ ਕਹਿੰਦੇ ਆ ਕੇਤਿਆਂ ਦੁੱਖ ਫੂ ਸਦਮਾਰ, ਇਹ ਪੇਦਾਤ ਤੇਰੀ ਦਾਤਾ। ਇੱਥੇ ਸਤਿਗੁਰੂ ਜੀ ਸਮਝਾ ਰਹੇ ਨੇ ਸੁੱਖ ਦੁੱਖ ਦਾ ਪ੍ਰਭਾਵ, ਲਾਲਚ ਦਾ, ਮੋਹ ਦਾ, ਅਹੰਕਾਰ ਦਾ ਪ੍ਰਭਾਵ ਜਿਨ੍ਹਾਂ ਤੇ ਨਹੀਂ ਹੁੰਦਾ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਖ ਭਗਵਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਖ ਭਗਵਾਨ। ਸਤਿਗੁਰੂ ਜੀ ਕਹਿਣ ਲੱਗੇ, ਹੇ ਮੇਰੇ ਮਨ, ਇਹ ਧਿਆਨ ਨਾਲ ਗੱਲ ਸੁਣ, ਤਾਂ ਕਿ ਇਹ ਕੱਲ੍ਹ ਨੂੰ ਸ਼ੰਕਾ ਫੇਰ ਨਾ ਉੱਠੇ ਕਿ ਰੱਬ ਹੈ ਕਿ ਨਹੀਂ ਹੈ। ਸਤਿਗੁਰੂ ਜੀ ਕਹਿਣ ਲੱਗੇ, ਇੱਥੇ ਰੱਬ ਦਾ ਰੂਪ ਦੱਸਿਆ ਜਾ ਰਿਹਾ, ਰੱਬ ਨਹੀਂ, ਕਿ ਉਹ ਰੱਬ ਦੀ ਮੂਰਤ ਹੈ, ਰੱਬ ਦਾ ਰੂਪ ਹੈ, ਜਿਨ੍ਹਾਂ 'ਤੇ ਇਹ ਚੀਜ਼ਾਂ ਦਾ ਪ੍ਰਭਾਵ ਨਹੀਂ ਹੈ। ਅਤੇ ਇਹਨੂੰ ਜੇਕਰ ਆਪਾਂ ਵਿਸਥਾਰ ਨਾਲ ਸਮਝਣਾ ਹੋਵੇ ਨਾ, ਘਰ ਜਾ ਕੇ ਫਿਰ ਸ਼ਬਦ ਸੋਠ ਰਾਗ ਅੰਦਰ ਪੜ੍ਹਿਓ। 9ਵੇਂ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ, ਆਪ ਜੀ ਨੂੰ ਯਾਦ ਹੈ ਸਾਰਿਆਂ ਨੂੰ, ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇਹ ਘਟ ਬ੍ਰਹਮ ਨਿਵਾਸ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਰੱਬ ਦੀ ਮੂਰਤ ਹੈ, ਰੱਬ ਦਾ ਰੂਪ ਹੈ, ਜਿਨ੍ਹਾਂ ਤੇ ਦੁੱਖ ਸੁੱਖ ਪ੍ਰਭਾਵ ਨਹੀਂ ਪਾਉਂਦਾ। ਕੰਚਨ ਲੋਹ ਸਮਾਨ, ਜਿਸ ਮਨੁੱਖ ਨੂੰ ਵਡਿਆਈ ਤੇ ਨਿੰਦਿਆ ਦੀ ਪ੍ਰਵਾਹ ਹੀ ਨਹੀਂ ਹੈ, ਕੋਈ ਚੰਗਾ ਕਵੇ ਭਾਵੇਂ ਮਾੜਾ ਕਵੇ, ਜਿਹੜੀ ਜੁੜੀ ਹੋਈ ਹੈ। ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਗੱਲ ਸਿਖਾਈ ਹੈ, ਜਦੋਂ ਅਸੀਂ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਾਂ ਨਾ, ਦੂਸਰਾ ਤੀਸਰਾ ਬੰਦਾ ਕੁਝ ਵੀ ਕਹਿੰਦਾ ਰਹੇ, ਮੇਰੀ ਵਡਿਆਈ ਕਰੇ ਤਾਂ ਵੀ ਮੈਂ ਕਹਾਂਗਾ ਕਿ ਗੁਰੂ ਦੀ ਰਹਿਮਤ ਹੈ, ਮੇਰੀ ਵਡਿਆਈ ਹੋ ਰਹੀ ਹੈ। ਅਤੇ ਜੇ ਨਿੰਦਿਆ ਕਰੇਗਾ ਤਾਂ ਵੀ ਮੈਂ ਕਹਾਂਗਾ ਕਿ ਅਸਲ ਦੇ ਵਿੱਚ ਇਹ ਪਰਮਾਤਮਾ ਅਸਲ ਦੇ ਵਿੱਚ ਇਹ ਜਿਹੜਾ ਕਰ ਰਿਹਾ ਹੈ। ਇੱਥੋਂ ਤੱਕ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਬੈਰਾੜੀ ਰਾਗ ਅੰਦਰ ਵੀ ਇਹ ਬਚਨ ਕਹੇ ਨੇ, ਦੇਵਗੰਧਾਰੀ ਰਾਗ ਦੇ ਵਿੱਚ ਵੀ, ਕਿ ਇਹ ਸੰਸਾਰ ਦੇ ਲੋਕੋ, ਪਰਮਾਤਮਾ ਜਦੋਂ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਰੱਬ ਇਹਦੇ ਅੰਦਰ ਹੈ, ਕੋਈ ਗੱਲ ਨਹੀਂ, ਉਹਦਾ ਪ੍ਰਭਾਵ ਨਹੀਂ ਕਿ ਹਾਂ ਜੇ
ਉਸਤਤ ਕਰ ਰਿਹਾ ਤਾਂ ਵੀ ਠੀਕ ਹੈ, ਨਿੰਦਿਆ ਕਰ ਰਿਹਾ ਤਾਂ ਵੀ ਮੈਂ ਨਹੀਂ ਕਹਾਂਗੇ ਕਿ ਇਹ ਕਿਉਂ ਕਰ ਰਿਹਾ। ਠੀਕ ਹੈ, ਹਮਰੇ ਕਪਰੇ ਨਿੰਦਕ ਧੋਏ। ਅਸੀਂ ਇਹ ਗੱਲ ਸਮਝਣੀ ਹੈ ਕਿ ਹੋ ਸਕਦਾ ਮੇਰੇ ਅੰਦਰ ਮਲੀਨਤਾ ਹੋਵੇ, ਦੂਸਰਾ ਬੰਦਾ ਮੈਨੂੰ ਮਾੜਾ ਕਹਿ ਰਿਹਾ, ਮੇਰੀ ਮਲੀਨਤਾ ਧੁੱਪ ਰਹੀ ਹੈ। ਬਾਬਾ ਕਬੀਰ ਜੀ ਕਹਿੰਦੇ अब हम चली ठाकुर पे हार, जब हम शरण प्रभु की आई, राख प्रभु पावे मार, लोकन की चतुराई उपमा, ते बैसंतर जार, कोई भला कहो भावे बुरा कहो, हम तन दियो है डार। इत्थे सतगुरु जी समझा रहे ने उस्तत निंदिया ना ही जे, जिन्हां दे उस्तत ते निंदिया दा जेड़ा प्रभाव नहीं, कंचन लोह समान, सोने ते लोहे नूं जेड़ा है जो बराबर समझदे हन। कहो नानक सुन रे मना, मुकत तारे तै जान। कहो नानक सुन रे मना, मुकत तारे तै जान। हे मेरे मन सुन, ओहो ही मनुख फिर सही अर्थां दे विच मुकत है जिउंदियां जी, जिन्हां ते ये बंधनां दा कोई प्रभाव नहीं है। सतगुरु जी कहन लगे उन्हां दा जीवन आनंदमई हुंदा है। हरख सोग जाकै नहीं, बैरी मीत समान। हरख सोग जाकै नहीं, बैरी मीत समान। सतगुरु जी कहन लगे जिस दे हिरदे विच खुशी गमी दा प्रभाव ही कोई नहीं। हरख खुशी सोग गमी, सतगुरु जी कहते चीज़ां आउंदियां ने पर इन्हां दा प्रभाव नहीं कबूलदा। इतिहास विच बड़ियां घटनावां ने जिन्हां दे राहीं सानूं समझ आउंदा है भावें खुशी है गमी है, गुरु के सिख गुरु खुद असल दे विच इन्हां चीज़ां तो उपर है। शहीदी साका धन गुरु अर्जन देव महाराज दा इक्को गल सिखाउंदा है, इहो ही गल कि दुख ते सुख विच समान किवें रहना है। वो भावें सोना सिंघासन होवे ते भावें तती तवी, इक्को जे आनंदमई। इत्थे सतगुरु जी कहंदे खुशी है भावें गमी है, जिन्हां ते प्रभाव नहीं इहदा। बैरी मीत समान, दुश्मन ते मित्र नूं इक्को जिहा समझना बड़ा औखा। सतगुरु जी कहन लगे दुश्मन ते मित्र इक्को जिहे ने, भाव जिन्हां ते ये चीज़ का प्रभाव नहीं है कि आ मित्र है ते आ दुश्मन है। सतगुरु जी कहन लगे इन्हां तो जो ऊपर हैं। कहो नानक सुन रे मना, मुकत तारे तै जान। कहो नानक सुन रे मना, मुकत तारे तै जान। ये सारे श्लोक जिहड़े मन नूं संबोधन है कि हे मेरे मन सुन, ध्यान दे नाल सुन। ओहो ही मुक्त है, उन्होंने ही मुक्त जानो जिन्हां ते खुशी गमी वैरी मित्र भाव जिहड़ा है इन्हां नूं एक इन्हां तो ऊपर होण जो, ओहो ही मुक्त हन। काहू को देत नै पैमान त्यान। ਜਿਹੜਾ ਮਨੁੱਖ ਮੋਹ ਮਾਇਆ ਦੇ ਵਿੱਚ ਹੈ, खुशी गमी ਦੇ ਵਿੱਚ ਪ੍ਰਭਾਵ ਹੈ, ਉਹ ਹਰ ਇੱਕ ਪ੍ਰਭਾਵ ਜਿਹੜਾ ਹੈ ਨਾ, ਡਰ ਜਿਹੜਾ ਹੈ ਉਹਦੇ ਅੰਦਰ ਮੰਨ ਲਓ ਕਿ ਛੋਟੇ ਤੋਂ ਛੋਟਾ ਵੀ ਜਿਹੜਾ ਪ੍ਰਭਾਵ ਪਾਉਂਦਾ ਹੈ। ਤੇ ਆਪਾਂ ਕਈ ਵਾਰ ਜਿਹੜਾ ਹੈ ਸਮਝਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਇੱਕ ਗੱਲ ਸਿਖਾਉਂਦੇ ਨੇ, ਕਹਿੰਦੇ ਤੰਤ ਮੰਤ ਨਹਿ ਜੋ ਹੈ ਤਿਤ ਚਾਖ ਨਾ ਲਾਗੈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਦਾ ਨਾਮ ਹੈ ਉਹਨਾਂ ਦੇ ਉੱਪਰ ਤੰਤਰ ਮੰਤਰ ਦਾ ਵੀ ਕੋਈ ਪ੍ਰਭਾਵ ਨਹੀਂ। ਚਾਖ ਦਾ ਅਰਥ ਹੁੰਦਾ ਨਜ਼ਰਾਂ ਲੱਗਣੀਆਂ, ਉਹਨਾਂ ਦੇ ਉੱਤੇ ਜਿਹੜਾ ਹੈ ਕੋਈ ਨਜ਼ਰ ਦਾ ਪ੍ਰਭਾਵ ਨਹੀਂ ਕਿ ਹਾਂ ਨਜ਼ਰ ਲੱਗ ਗਈ ਜੀ, ਆਹ ਕਰ ਲਵੋ ਉਹ ਕਰ ਲਵੋ, ਕੋਈ ਧਾਗਾ ਬੰਨ ਲਓ, ਆਹ ਚੀਜ਼ਾਂ ਦਾ ਪ੍ਰਭਾਵ ਨਹੀਂ ਹੁੰਦਾ ਉਹਨਾਂ 'ਤੇ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਜਿਹੜੇ ਤੇ ਪ੍ਰਭਾਵ ਅਧੀਨ ਨੇ ਖੁਸ਼ੀ ਗਮੀ ਦੇ, ਉਸਤਤ ਨਿੰਦਿਆ ਦੇ, ਵੈਰੀ ਮਿੱਤਰ ਆਦਿਕ ਇਹਨਾਂ ਦੇ ਜੋ ਆਪਾਂ ਪਿੱਛੇ ਸਮਝਿਆ। ਸਤਿਗੁਰੂ ਜੀ ਕਹਿਣ ਲੱਗੇ ਫਿਰ ਤੇ ਅਸਲ ਦੇ ਵਿੱਚ ਛੋਟੇ ਤੋਂ ਛੋਟਾ ਵੀ ਡਰ ਤੁਹਾਨੂੰ ਡਰਾਵੇਗਾ, ਸਤਾਵੇਗਾ, ਪਰ ਜੇਕਰ ਇਹਨਾਂ ਤੋਂ ਉੱਪਰ ਉੱਠ ਜਾਵੋਗੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਪੈ ਕਾਹੂ ਕੋ ਦੇਤ ਨਹਿ
ਨਹਿ ਭੈ ਮਾਨਤ ਆਨ। ਜਿਹੜਾ ਮਨੁੱਖ ਆਪ ਕਿਸੇ ਨੂੰ ਜਿਹੜਾ ਹੈ ਨਾ ਡਰ ਦਿੰਦਾ ਹੈ ਤੇ ਨਾ ਕਿਸੇ ਤੋਂ ਡਰਦਾ ਹੈ। ਤੇ ਇਹ ਸਾਨੂੰ ਸਿਧਾਂਤ ਮਾਲਕ ਨੇ ਬਖਸ਼ਿਆ ਹੈ। ਕਹਿੰਦੇ ਪਹਿਲਾਂ ਪਿਆਰ ਨਾਲ ਸਮਝਾ ਲਓ। ਦਸਮ ਪਾਤਸ਼ਾਹ ਜੀ ਕਹਿੰਦੇ ਪਰ ਨਹੀਂ ਮੰਨਦਾ ਤੇ ਫਿਰ ਬਾਦ ਸ਼ਮਸ਼ੀਰ ਦਸਤ। ਸ਼ਮਸ਼ੀਰ ਦੇ ਮੁੱਠੇ ਤੇ ਹੱਥ ਪਾਉਣਾ ਫਿਰ ਲਾਜ਼ਮੀ ਹੈ। ਜਿਹੜਾ ਗੱਲਾਂ ਨਾਲ ਨਹੀਂ ਮੰਨਦਾ ਫਿਰ ਉਹਨੂੰ ਦੂਸਰੇ ਤਰੀਕੇ ਨਾਲ ਮਨਾਓ, ਪਰ ਪਹਿਲਾਂ ਪਿਆਰ ਹੈ। ਇਹੋ ਕਾਰਨ ਹੈ 14 ਜੰਗਾਂ ਮਾਲਕ ਜੀ ਨੇ ਲੜੀਆਂ ਨੇ, ਕਿਸੇ ਵੀ ਜੰਗ ਦੇ ਵਿੱਚ ਆਪ ਪਹਿਲ ਨਹੀਂ ਕੀਤੀ। ਵੈਰੀ ਚੜ੍ਹ ਕੇ ਆਇਆ ਉਹਨੂੰ ਜਵਾਬ ਜ਼ਰੂਰ ਦਿੱਤਾ ਹੈ ਮਾਲਕ ਨੇ। ਕਿਉਂ? ਅਸੀਂ ਡਰਦੇ ਨਹੀਂ ਤੇ ਨਾ ਅਸੀਂ ਡਰਾਉਂਦੇ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਇੱਥੇ ਗਿਆਨੀ ਦੀ ਪਰਿਭਾਸ਼ਾ ਹੈ। ਮਾਲਕ ਜੀ ਕਹਿਣ ਲੱਗੇ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਡਰ ਕਬੂਲ ਕਰਦਾ ਹੈ। ਕਹੋ ਨਾਨਕ ਸੁਨਿ ਰੇ ਮਨਾ, ਗਿਆਨੀ ਤਾਹੇ ਬਖਾਨ। ਅਸਲ ਦੇ ਵਿੱਚ ਹੈ ਮੇਰੇ ਮਨ ਸੁਣ, ਉਸ ਨੂੰ, ਉਸ ਮਨੁੱਖ ਨੂੰ ਹੀ ਜਿਹੜਾ ਹੈ ਆਪਾਂ ਕਹੀਏ ਕਿ ਸੂਝਵਾਨ ਗਿਆਨੀ ਹੈ, ਗਿਆਨਵਾਨ ਹੈ, ਉਹਨੂੰ ਹੀ ਬ੍ਰਹਮ ਦਾ ਗਿਆਨ ਹੈ ਕਿ ਜੋ ਨਾ ਡਰੇ ਤੇ ਨਾ ਡਰਾਵੇ। ਤੇ ਇਸ ਲਈ ਸਤਿਗੁਰੂ ਜੀ ਕਹਿਣ ਲੱਗੇ ਸੰਸਾਰ ਦੀ ਜਿਹੜੀ ਰਹੁ ਰੀਤੀ ਇੱਦਾਂ ਦੀ ਹੈ, ਵੱਡਾ ਛੋਟੇ ਨੂੰ ਡਰਾਉਂਦਾ ਹੈ। ਪਰ ਮਾਲਕ ਜੀ ਕਹਿਣ ਲੱਗੇ ਨਹੀਂ, ਅਸੀਂ ਡਰਨਾ ਨਹੀਂ ਹੈ। ਇਹ ਨਹੀਂ ਕਿ ਹਾਂ ਕਿਸੇ ਦੀ ਅਧੀਨਗੀ ਕਬੂਲ ਲਓ ਜੀ, ਇੱਦਾਂ ਕਰ ਲਓ ਜੀ, ਨਹੀਂ। ਸਤਿਗੁਰੂ ਜੀ ਨੇ ਦੋਨੇ ਪੱਖ ਰੱਖੇ ਨੇ। ਨਿਰਭਉ ਤੇ ਨਿਰਵੈਰ ਦੀ ਵਿਆਖਿਆ ਹੈ। ਨਿਰਭਉ ਡਰ ਤੋਂ ਰਹਿਤ, ਨਿਰਵੈਰ ਕਿਸੇ ਨਾਲ ਵੈਰ ਨਹੀਂ ਹੋਏਗਾ ਤੇ ਉਹ ਫਿਰ ਜਿਹੜਾ ਕਿਸੇ ਨੂੰ ਡਰਾਵੇਗਾ ਵੀ। ਇਹ ਮੂਲ ਮੰਤਰ ਦੀ ਵਿਆਖਿਆ ਹੈ। ਇਹਦੇ ਵਿੱਚ ਸਤਿਗੁਰੂ ਜੀ ਨੇ ਇੱਥੇ ਕਿਰਪਾ ਕੀਤੀ ਹੈ। ਗਿਆਨੀ ਪੁਰਖ ਉਹ ਹੀ ਹੈ ਜੋ ਨਾ ਡਰੇ ਤੇ ਨਾ ਡਰਾਵੇ। ਮਾਲਕ ਕਿਰਪਾ ਕਰੇ, ਪਾਵਨ ਬਚਨ ਹਿਰਦਿਆਂ ਵਿੱਚ ਵਸਣ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਅਵਿਨਾਸ਼ੀ, ਹੈ ਪੂਰਨ ਹੈ ਸਰਬ ਮੈਂ, हे संगी हे निरंकार, हे गोविंद हे गुण निधान, हे अपरंपर हर हरे, हे संतां के सदा संग, हे ठाकुर हौं दासरो, नानक दीजै नाम दा।